परम सन्मानयोग गुरु रूप खालसा साध संगत जी, वाहिगुरु जी का खालसा वाहिगुरु जी की फतेह। साखी श्री गुरु गोबिंद साहब जी। नगर दामला ਜ਼ਿਲ੍ਹਾ ਕਰਨਾਲ ਦੇ ਕੁਝ ਪਠਾਨ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਵਿੱਚ ਨੌਕਰ ਸਨ। ਉਹਨਾਂ ਤੋਂ ਕੋਈ ਗਲਤੀ ਹੋ ਜਾਣ ਕਰਕੇ ਬਾਦਸ਼ਾਹ ਨੇ ਉਹਨਾਂ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਤੇ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਕੋਈ ਇਹਨਾਂ ਨੂੰ ਨੌਕਰ ਨਾ ਰੱਖੇ। ਇਹ ਬਾਦਸ਼ਾਹ ਦੇ ਕਸੂਰਵਾਰ ਹਨ। ਆਪਣੇ ਘਰਾਂ ਵਿੱਚ ਆਣ ਕੇ ਜਦ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਪਣੇ ਪਾਸ ਜਵਾਨਾਂ ਨੂੰ ਰੱਖ ਰਹੇ ਹਨ ਤਾਂ ਉਹ ਪੁੱਛਦੇ ਪਛਾਉਂਦੇ ਪੀਰ ਬੁੱਧੂ ਸ਼ਾਹ ਪਾਸ ਆ ਗਏ। ਪੀਰ ਬੁੱਧੂ ਸ਼ਾਹ ਪਾਸ ਆ ਕੇ ਫਰਿਆਦ ਕਰਨ ਲੱਗੇ ਕਿ ਸਾਨੂੰ ਗੁਰੂ ਸਾਹਿਬ ਜੀ ਪਾਸ ਨੌਕਰੀ ਦਿਵਾ ਦਿਓ, ਕਿਉਂਕਿ ਗੁਰੂ ਸਾਹਿਬ ਜੀ ਸ਼ਾਹੀ ਫਰਮਾਨ ਦੇ ਕੋਈ ਪਰਵਾਹ ਨਹੀਂ ਸਨ ਕਰਦੇ। ਪੀਰ ਬੁੱਧੂ ਸ਼ਾਹ ਉਹਨਾਂ ਦੀ ਦੀਨ ਦਸ਼ਾ ਵੇਖ ਕੇ ਤਿਆਰ ਹੋ ਗਿਆ ਤੇ ਉਹਨਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਪਾਸ ਪਾਉਂਟਾ ਸਾਹਿਬ ਆ ਗਿਆ। ਪੀਰ ਬੁੱਧੂ ਸ਼ਾਹ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲ ਸਮਝਾਈ ਕਿ ਇਹ ਪਠਾਨ ਲੜਨ ਮਰਨ ਨੂੰ ਤਕੜੇ ਹੁੰਦੇ ਹਨ, ਇਹਨਾਂ ਦੇ ਪਾਸ ਸ਼ਸਤਰ ਵੀ ਹਨ ਤੇ ਇਹ ਫੌਜੀ ਲੜਾਈ ਲੜਨ ਦਾ ਢੰਗ ਵੀ ਚੰਗੀ ਤਰ੍ਹਾਂ ਜਾਣਦੇ ਹਨ। ਜੇ ਤੁਸੀਂ ਇਹਨਾਂ ਨੂੰ ਆਪਣੀ ਸੈਨਾ ਵਿੱਚ ਰੱਖ ਲਓਗੇ ਤਾਂ ਤੁਹਾਡੀ ਸੈਨਾ ਹੋਰ ਮਜ਼ਬੂਤ ਹੋ ਜਾਏਗੀ। ਇਹਨਾਂ ਪਠਾਣਾਂ ਦੇ ਸਰਦਾਰ ਭੀਖਣ ਖਾਂ, ਕਾਲੇ ਖਾਂ, ਨਿਜਾਬਤ ਖਾਂ ਤੇ ਹਯਾਤ ਖਾਂ ਸੀ। ਗੁਰੂ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਦੀਵਾਨ ਨੰਦ ਚੰਦ ਨੂੰ ਹੁਕਮ ਦਿੱਤਾ ਕਿ ਇਹਨਾਂ ਸਾਰਿਆਂ ਦੇ ਆਪਣੀ ਸੈਨਾ ਵਿੱਚ ਨਾਮ ਲਿਖ ਲਵੋ। ਸਿਪਾਹੀ ਦਾ 1 ਰੁਪਇਆ ਤੇ ਸਰਦਾਰਾਂ ਦੇ 5 ਰੁਪਏ ਰੋਜ਼ਾਨਾ ਲਾ ਦਿੱਤੇ। ਇਸ ਤਰ੍ਹਾਂ 500 ਪਠਾਨ ਗੁਰੂ ਸਾਹਿਬ ਜੀ ਨੇ ਆਪਣੀ ਫੌਜ ਵਿੱਚ ਭਰਤੀ ਕਰ ਲਏ। ਪੀਰ ਬੁੱਧੂ ਸ਼ਾਹ ਇਹਨਾਂ ਨੂੰ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਕਰਵਾ ਕੇ ਵਾਪਸ ਚਲਾ ਗਿਆ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਭੰਗਾਣੀ ਦੇ ਯੁੱਧ ਵਿੱਚ ਜਦ ਫਤਿਹ ਸ਼ਾਹ ਦੇ ਚੜ੍ਹਾਈ ਕਰਕੇ ਆਉਣ ਦੀ ਸੂਈਏ ਨੇ ਖਬਰ ਦਿੱਤੀ ਤਾਂ ਗੁਰੂ ਸਾਹਿਬ ਜੀ ਦੇ ਯੋਧਿਆਂ ਨੂੰ ਚਾਅ ਚੜ੍ਹ ਗਿਆ। ਪਰ ਇਹ ਕਾਇਰ ਪਠਾਨ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਪਹਾੜੀ ਰਾਜਿਆਂ ਦੀ ਫੌਜ ਗੁਰੂ ਸਾਹਿਬ ਜੀ ਦੀ ਫੌਜ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਗੁਰੂ ਜੀ ਪਾਸੋਂ ਤਾਂ ਸਾਡਾ ਡੇਰਾ ਹੀ ਵੱਡਾ ਹੈ, ਇਸ ਕਰਕੇ ਸਾਡੇ ਉੱਤੇ ਹੀ ਜੰਗ ਦਾ ਸਾਰਾ ਭਾਰ ਪਵੇਗਾ। ਸਾਡੀ ਕੌਮ ਬਹਾਦਰਾਂ ਦੀ ਕੌਮ ਹੈ, ਇਸ ਕਰਕੇ ਹੀ ਗੁਰੂ ਜੀ ਸਾਨੂੰ ਆਦਰ ਸਤਿਕਾਰ ਕਰਦੇ ਹਨ। ਹੋਰ ਜੋ ਗੁਰੂ ਜੀ ਪਾਸ ਥੋੜ੍ਹੀ ਜਿਹੀ ਫੌਜ ਹੈ ਉਹ ਤਾਂ ਸ਼ਸਤਰ ਚਲਾਉਣੇ ਵੀ ਨਹੀਂ ਜਾਣਦੀ, ਕੇਵਲ ਸੇਵਾ ਹੀ ਕਰਨੀ ਜਾਣਦੀ ਹੈ। ਜਦੋਂ ਇਹਨਾਂ ਨੇ ਰਾਜਿਆਂ ਦੀ ਸ਼ਸਤਰਧਾਰੀ ਵੱਡੀ ਸੈਨਾ ਵੇਖੀ ਉਦੋਂ ਇਹ ਡਰ ਕੇ ਭੱਜ ਨਿਕਲਣਗੇ। ਸਾਨੂੰ ਹੀ ਲੜਨਾ ਮਰਨਾ ਪਵੇਗਾ, ਸਾਡੇ ਆਪਣੇ ਨਿੱਜੀ ਘੋੜੇ ਵੀ ਮਾਰੇ ਜਾਣਗੇ। ਫਿਰ ਗੁਰੂ ਜੀ ਪਤਾ ਨਹੀਂ ਸਾਨੂੰ ਘੋੜੇ ਦੇਣ ਜਾਂ ਨਾ ਦੇਣ, ਇਸ ਕਰਕੇ ਸਾਨੂੰ ਜੰਗ ਤੋਂ ਪਹਿਲਾਂ ਹੀ ਛੁੱਟੀ ਲੈ ਕੇ ਚਲੇ ਜਾਣਾ ਚਾਹੀਦਾ ਹੈ। ਜੇ ਜੰਗ ਸਮੇਂ ਭੱਜਾਂਗੇ ਤਾਂ ਨਿੰਦਿਆ ਹੋਵੇਗੀ। ਪਠਾਣਾਂ ਨੇ ਜਦ ਇਹ ਸਲਾਹ ਕੀਤੀ, ਉਹਨਾਂ ਦੇ ਸਰਦਾਰ ਕਾਲੇ ਖਾਂ ਨੇ ਕਿਹਾ ਕਿ ਜੇ ਲੋੜ ਦੇ ਸਮੇਂ ਗੁਰੂ ਜੀ ਨੂੰ ਛੱਡ ਕੇ ਚਲੇ ਜਾਵੋਗੇ ਇਹ ਗੱਲ ਚੰਗੀ ਨਹੀਂ ਹੋਵੇਗੀ। ਨਮਕ ਹਰਾਮ ਹੋ ਕੇ ਆਪਣੇ ਈਮਾਨ ਨੂੰ ਵੱਟਾ ਲਾਓਗੇ। ਲੜਨ ਵਾਸਤੇ ਹੀ ਤਾਂ ਗੁਰੂ ਜੀ ਨੇ ਆਪਣੀ ਫੌਜ ਵਿੱਚ ਰੱਖਿਆ ਸੀ, ਪਰ ਜੇ ਲੜਾਈ ਦਾ ਸਮਾਂ ਵੇਖ ਕੇ ਭੱਜ ਜਾਣ ਦੀ ਸੋਚੋਗੇ ਤਾਂ ਪਠਾਣਾਂ ਦੀ ਇੱਜ਼ਤ ਗਵਾ ਦਿਓਗੇ। ਅੱਗੇ ਤੋਂ ਤੁਸਾਂ ਉੱਤੇ ਕੋਈ ਭਰੋਸਾ ਵੀ ਨਹੀਂ ਕਰੇਗਾ। ਭੀਖਣ ਖਾਂ ਸਰਦਾਰ ਨੇ ਕਾਲੇ ਖਾਂ ਨੂੰ ਆਖਿਆ ਕਿ ਤੂੰ ਆਪਣਾ ਈਮਾਨ ਆਪਣੇ ਕੋਲ ਰੱਖ, ਅਸੀਂ ਆਪਣੀ ਜਾਨ ਨਹੀਂ ਗਵਾਉਣੀ। ਇਹ ਗੱਲਬਾਤ ਕਰਕੇ ਭੀਖਣ ਖਾਂ, ਹਯਾਤ ਖਾਂ ਤੇ ਨਿਜਾਬਤ ਖਾਂ ਤਿੰਨੇ ਸਰਦਾਰ 50 ਕੁ ਹੋਰ ਪਠਾਣਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਚਲੇ ਗਏ। ਭੀਖਣ ਖਾਂ ਨੇ ਅਗਵਾਈ ਕਰਕੇ ਕਿਹਾ, ਗੁਰੂ ਜੀ ਸਾਨੂੰ ਘਰਾਂ ਤੋਂ ਸੁਨੇਹੇ ਆਏ ਹਨ ਕਿ ਛੇਤੀ ਘਰ ਪਹੁੰਚੋ। ਘਰ ਵਿੱਚ ਲੜਕੇ ਲੜਕੀਆਂ ਦੇ ਨਿਕਾਹ ਹਨ, ਇਸ ਕਰਕੇ ਸਾਨੂੰ ਛੁੱਟੀ ਦੇ ਦਿਓ। ਸਾਡੇ ਤੋਂ ਬਿਨਾਂ ਘਰ ਦਾ ਕੰਮ ਨਹੀਂ ਸਰੇਗਾ। ਸਾਡਾ ਸਾਰਾ ਹਿਸਾਬ ਕਿਤਾਬ ਕਰਕੇ ਪੈਸੇ ਦੇ ਦਿਓ। ਪਠਾਣਾਂ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਉਹਨਾਂ ਦੀ ਖੋਟੀ ਨੀਤ ਨੂੰ ਪਰਖ ਲਿਆ ਸੀ, ਪਰ ਫਿਰ ਵੀ ਧੀਰਜ ਦੇਣ ਵਾਸਤੇ ਉਹਨਾਂ ਨੂੰ ਕਿਹਾ, ਪਠਾਣੋ ਤੁਸੀਂ ਬੜੇ ਬਹਾਦਰ ਹੋ, ਤੁਹਾਨੂੰ ਤਨਖਾਹ ਦੇ ਕੇ ਆਪਣੇ ਪਾਸ ਚੰਗੀ ਤਰ੍ਹਾਂ ਰੱਖਿਆ ਹੋਇਆ ਹੈ। ਹੁਣ ਜਦ ਦੁਸ਼ਮਣ ਨਾਲ ਜੰਗ ਕਰਨ ਦਾ ਸਮਾਂ ਆ ਰਿਹਾ ਹੈ ਤਾਂ ਤੁਹਾਡਾ ਛੁੱਟੀ ਲੈ ਕੇ ਜਾਣਾ ਠੀਕ ਨਹੀਂ ਹੈ। ਲੜਾਈ ਕਰਕੇ ਵੈਰੀਆਂ 'ਤੇ ਫਤਿਹ ਪਾ ਕੇ ਨਿਕਾਹ ਕਰਨ ਚਲੇ ਜਾਣਾ। ਅਸੀਂ ਤੁਹਾਨੂੰ ਚੰਗੀ ਤਰ੍ਹਾਂ ਮਾਣ ਵਡਿਆਈ ਦੇ ਕੇ ਤੋਰਾਂਗੇ। ਹਯਾਤ ਖਾਂ ਤੇ ਨਿਜਾਬਤ ਖਾਂ ਨੇ ਕਿਹਾ, ਗੁਰੂ ਜੀ ਤੁਸੀਂ ਸੱਚ ਕਹਿੰਦੇ ਹੋ, ਪਰ ਜੇ ਅਸੀਂ ਇਸ ਵੇਲੇ ਘਰ ਨਾ ਜਾਈਏ ਤਾਂ ਸਾਡੇ ਘਰਾਂ ਦਾ ਨਹੀਂ ਸਰਦਾ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਰੋਜ਼ਾਨਾ ਥੋੜ੍ਹਾ ਹੈ, ਅਸੀਂ 5 ਗੁਣਾ ਹੋਰ ਵਧਾ ਦੇਵਾਂਗੇ। ਪਰ ਪਠਾਨ ਕਿਸੇ ਤਰੀਕੇ ਵੀ ਨਾ ਮੰਨੇ, ਆਪਣੀ ਜਿੱਦ 'ਤੇ ਅੜੇ ਰਹੇ। ਇਹਨਾਂ ਦੀ ਇਸ ਤਰ੍ਹਾਂ ਜਿੱਦ ਵੇਖ ਕੇ ਮਾਮਾ ਕਿਰਪਾਲ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਮਲੇਸ਼ਾਂ ਦਾ ਪਿੱਛਾ ਨਾ ਕਰੋ, ਇਹਨਾਂ ਮਲੇਸ਼ਾਂ ਨੂੰ ਦੂਰ ਕਰ ਦਿਓ। ਗੁਰੂ ਸਾਹਿਬ ਜੀ ਨੇ ਮਾਮਾ ਕਿਰਪਾਲ ਚੰਦ ਦੀ ਗੱਲ ਸੁਣ ਕੇ ਪਠਾਣਾਂ ਨੂੰ ਕਿਹਾ, ਜਾਓ ਮੂਰਖੋ, ਭੱਜ ਜਾਓ, ਜੋ ਅਕਾਲ ਪੁਰਖ ਕਰੇਗਾ ਉਹੀ ਹੋਵੇਗਾ। ਸਾਨੂੰ ਤੁਰਕਾਂ ਉੱਤੇ ਕੋਈ ਭਰੋਸਾ ਨਹੀਂ ਰਿਹਾ। ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਭੀਖਣ ਖਾਂ, ਨਿਜਾਬਤ ਖਾਂ ਤੇ ਹਯਾਤ ਖਾਂ ਤਿੰਨੇ ਸਰਦਾਰ ਆਪਣੇ ਡੇਰੇ ਆ ਗਏ।
ਬੈਠ ਕੇ ਇਹ ਸਲਾਹ ਕੀਤੀ ਕਿ ਗੁਰੂ ਸਾਹਿਬ ਜੀ ਪਾਸ ਬੜਾ ਵੱਡਾ ਖਜ਼ਾਨਾ ਹੈ। ਚੰਗਾ ਹੋਵੇਗਾ ਕਿ ਜੇ ਅਸੀਂ ਪਹਾੜੀਆਂ ਨਾਲ ਰਲ ਜਾਈਏ, ਉਹਨਾਂ ਪਾਸੋਂ ਪਹਿਲਾਂ ਹੀ ਲਿਖਵਾ ਲਈਏ ਕਿ ਜੋ ਕੁਝ ਅਸੀਂ ਲੁੱਟ-ਪੁੱਟ ਕਰੀਏ ਉਹ ਸਾਨੂੰ ਮਾफ़ ਕਰ ਦਿੱਤੀ ਜਾਵੇ। ਫਿਰ ਅਸੀਂ ਉਹਨਾਂ ਨਾਲ ਮਿਲ ਕੇ ਗੁਰੂ ਸਾਹਿਬ ਜੀ ਨੂੰ ਹਾਰ ਦੇ ਕੇ ਉਹਨਾਂ ਦਾ ਖਜ਼ਾਨਾ ਲੁੱਟ ਲਵਾਂਗੇ। ਪਹਾੜੀ ਅੱਗੇ ਹੋ ਕੇ ਲੜਨ ਮਰਨਗੇ, ਅਸੀਂ ਉਹਨਾਂ ਦੇ ਪਿੱਛੋਂ ਵੇਖਦੇ ਰਹਾਂਗੇ, ਅਤੇ ਜੇ ਪਹਾੜੀਆਂ ਨੇ ਗੁਰੂ ਸਾਹਿਬ ਜੀ ਨੂੰ ਭਾਜੜਾਂ ਪਾ ਦਿੱਤੀਆਂ, ਅਸੀਂ ਉਸੇ ਵੇਲੇ ਖਜ਼ਾਨਾ ਲੁੱਟ ਲਵਾਂਗੇ। ਪਰ ਜੇ ਪਹਾੜੀਆਂ ਨੂੰ ਭੱਜਣਾ ਪੈ ਗਿਆ ਤਾਂ ਸਭ ਤੋਂ ਅੱਗੇ ਅਸੀਂ ਭੱਜ ਜਾਵਾਂਗੇ। ਇਹ ਸਲਾਹ ਕਰਕੇ ਪਠਾਣਾਂ ਨੇ ਆਪਣੇ 5 ਸਵਾਰ ਰਾਜਾ ਫਤਿਹ ਸ਼ਾਹ ਪਾਸ ਭੇਜ ਦਿੱਤੇ। ਉਹਨਾਂ ਨੇ ਫਤਿਹ ਸ਼ਾਹ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਪਾਸ ਬਿਲਕੁਲ ਥੋੜ੍ਹੀ ਫੌਜ ਹੈ, ਸਾਡੇ ਉੱਤੇ ਹੀ ਉਹਨਾਂ ਦਾ ਜ਼ੋਰ ਸੀ। ਉਹਨਾਂ ਨੂੰ ਛੱਡ ਕੇ ਅਸੀਂ ਤੁਹਾਡੇ ਵੱਲ ਹੋ ਕੇ ਉਹਨਾਂ ਨਾਲ ਲੜਾਂਗੇ, ਪਰ ਅਸੀਂ ਤੁਹਾਡੇ ਪਾਸੋਂ ਕੁਝ ਹੋਰ ਨਹੀਂ ਚਾਹੁੰਦੇ। ਤੁਸੀਂ ਕੇਵਲ ਸਾਨੂੰ ਲੁੱਟ ਮਾਫ਼ ਕਰ ਦਿਓ, ਅਸੀਂ ਆਪਣੇ ਜ਼ੋਰ ਨਾਲ ਗੁਰੂ ਜੀ ਪਾਸੋਂ ਧਨ ਲੁੱਟ ਲਵਾਂਗੇ। ਪਠਾਣਾਂ ਦੀ ਇਹ ਗੱਲ ਸੁਣ ਕੇ ਫਤਿਹ ਸ਼ਾਹ ਨੂੰ ਚਾਅ ਚੜ੍ਹ ਗਿਆ। ਉਸਨੇ ਸੋਚਿਆ ਕਿ ਜਦ ਗੁਰੂ ਸਾਹਿਬ ਜੀ ਦੀ ਆਪਣੀ ਸੈਨਾ ਹੀ ਮੇਰੇ ਨਾਲ ਆਣ ਮਿਲੀ ਹੈ ਤਾਂ ਹੁਣ ਮੈਨੂੰ ਸੌਖੀ ਹੀ ਫਤਿਹ ਮਿਲ ਜਾਵੇਗੀ। ਜੋ ਕੰਮ ਸਾਰੇ ਰਾਜੇ ਨਾ ਕਰ ਸਕੇ ਉਹ ਮੈਂ ਇਕੱਲਾ ਹੀ ਕਰ ਜਾਵਾਂਗਾ ਅਤੇ ਮੇਰੀ ਸੋਭਾ ਚਾਰੇ ਪਾਸੇ ਫੈਲ ਜਾਵੇਗੀ। ਫਤਿਹ ਸ਼ਾਹ ਨੇ ਇਸ ਵਿਚਾਰ ਨਾਲ ਝਟਪਟ ਹੀ ਕਾਗਜ਼ ਉੱਤੇ ਪਠਾਣਾਂ ਨੂੰ ਲਿਖ ਦਿੱਤਾ ਕਿ ਤੁਹਾਨੂੰ ਲੁੱਟ ਮਾਫ਼ ਹੈ, ਜੇ ਸਾਡੀ ਜਿੱਤ ਹੋ ਗਈ ਤਾਂ ਤੁਹਾਨੂੰ ਹੋਰ ਵੀ ਇਨਾਮ ਦਿੱਤਾ ਜਾਵੇਗਾ। ਇਹ ਸ਼ਰਤ ਲਿਖਵਾ ਕੇ ਪਠਾਣ ਆਪਣੇ ਡੇਰੇ ਆ ਗਏ ਅਤੇ ਆਪਣੇ ਦੂਜੇ ਸਾਥੀਆਂ ਨੂੰ ਜਦ ਆ ਕੇ ਦੱਸਿਆ, ਇਹ ਸਾਰੇ ਇਕੱਠੇ ਹੋ ਕੇ ਫਤਿਹ ਸ਼ਾਹ ਪਾਸ ਚਲੇ ਗਏ। ਫਤਿਹ ਸ਼ਾਹ ਇਹਨਾਂ ਗਦਾਰਾਂ ਨੂੰ ਵੇਖ ਕੇ ਬੜਾ ਪ੍ਰਸੰਨ ਹੋ ਕੇ ਪੁੱਛਣ ਲੱਗਾ ਕਿ ਗੁਰੂ ਜੀ ਪਾਸ ਹੁਣ ਕਿੰਨੀ ਕੁ ਸੈਨਾ ਰਹਿ ਗਈ ਹੈ, ਉਹ ਸਾਡੇ ਨਾਲ ਜੰਗ ਕਰਨਗੇ ਵੀ ਜਾਂ ਨਹੀਂ? ਤੁਹਾਡੇ ਆ ਜਾਣ ਕਰਕੇ ਉਹਨਾਂ ਨੇ ਤਾਂ ਪਹਿਲਾਂ ਹੀ ਹਾਰ ਮੰਨ ਲਈ ਹੋਵੇਗੀ। ਫਤਿਹ ਸ਼ਾਹ ਪਾਸੋਂ ਇਹ ਪ੍ਰਸ਼ਨ ਸੁਣ ਕੇ ਭੀਖਣ ਖਾਂ ਨੇ ਹੱਸ ਕੇ ਉੱਤਰ ਦਿੱਤਾ, ਰਾਜਾ ਜੀ, ਗੁਰੂ ਜੀ ਪਾਸ ਹੁਣ ਕੋਈ ਫੌਜ ਨਹੀਂ ਹੈ, ਸਾਡੇ ਸਿਰ ਉੱਤੇ ਹੀ ਉਹ ਤੁਹਾਡੇ ਨਾਲ ਲੜਨਾ ਚਾਹੁੰਦੇ ਸਨ। ਸਾਨੂੰ ਉਹਨਾਂ ਨੇ ਆਪਣੇ ਪਾਸ ਰੱਖਣ ਵਾਸਤੇ ਬਹੁਤ ਕੁਝ ਆਖਿਆ ਅਤੇ ਲਾਲਚ ਵੀ ਦਿੱਤੇ, ਪਰ ਅਸਾਂ ਫਿਰ ਵੀ ਉਹਨਾਂ ਦੀ ਇੱਕ ਨਾ ਮੰਨੀ। ਹੁਣ ਉਹਨਾਂ ਪਾਸ ਸੈਨਾ ਕਿੱਥੇ ਹੈ, ਰੱਬ ਦਾ ਨਾਂ ਹੀ ਹੈ। ਜੋ ਥੋੜ੍ਹੇ ਬਹੁਤ ਆਦਮੀ ਉਹਨਾਂ ਦੇ ਪਾਸ ਹਨ ਉਹ ਤਾਂ ਗਵਾਰ ਲੋਕ ਹਨ, ਕਿਸੇ ਪਾਸੋਂ ਤਲਵਾਰ ਫੜੀ ਵੀ ਨਹੀਂ ਜਾਂਦੀ, ਚਲਾਉਣੀ ਤਾਂ ਇੱਕ ਪਾਸੇ ਦੀ ਗੱਲ ਹੈ, ਨੇਜਾਂ ਤਾਂ ਉਹ ਫੜਨਾ ਵੀ ਨਹੀਂ ਜਾਣਦੇ, ਤੀਰ ਕਮਾਨ ਚਲਾਉਣ ਦੀ ਉਹਨਾਂ ਨੂੰ ਕੋਈ ਜਾਚ ਨਹੀਂ ਹੈ। ਕੇਵਲ ਇੱਕ ਗੁਰੂ ਜੀ ਹੀ ਆਪ ਇੱਕ ਭਾਰੀ ਯੋਧੇ ਹਨ, ਉਹ ਤੁਹਾਡੀ ਸਾਰੀ ਫੌਜ ਅੱਗੇ ਕਿਸ ਤਰ੍ਹਾਂ ਠਹਿਰਨਗੇ? ਬਾਕੀ ਸਭ ਤਾਂ ਕੜਾਹ ਖਾਣ ਵਾਲਿਆਂ ਦਾ ਹੀ ਟੋਲਾ ਹੈ। ਭੀਖਣ ਖਾਂ ਨੇ ਫਿਰ ਕਿਹਾ, ਰਾਜਾ ਜੀ, ਤੁਸੀਂ ਤੇ ਤੁਹਾਡੀ ਸੈਨਾ ਮੌਜਾਂ ਕਰੋ, ਗੁਰੂ ਜੀ ਨੂੰ ਅਸੀਂ ਇਕੱਲੇ ਪਠਾਣ ਹੀ ਸਾਂਭ ਲਵਾਂਗੇ, ਬਸ ਇਸ ਦੇ ਬਦਲੇ ਤੁਹਾਡੇ ਪਾਸੋਂ ਕੁਝ ਨਹੀਂ ਲਵਾਂਗੇ, ਪਰ ਗੁਰੂ ਜੀ ਦੇ ਖਜ਼ਾਨੇ ਦੀ ਲੁੱਟ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ। ਗੁਰੂ ਜੀ ਦੇ ਖਜ਼ਾਨੇ ਵਿੱਚ ਬੜੀਆਂ ਕੀਮਤੀ ਚੀਜ਼ਾਂ, ਹੀਰੇ ਜਵਾਹਰਾਤ, ਲੱਖਾਂ ਰੁਪਏ ਦਾ ਧਨ, ਸ਼ਸਤਰ ਤੇ ਜੇਵਰ ਆਦਿਕ ਹਨ। ਉੱਥੇ ਮਾਰ ਕੇ ਗੁਰੂ ਜੀ ਦਾ ਖਜ਼ਾਨਾ ਲੁੱਟਣਾ ਹੈ। ਸਾਡੇ ਪੁੱਤਰ ਪੋਤਰੇ ਇਸ ਨੂੰ ਬਹਿ ਕੇ ਖਾਣਗੇ, ਇਹ ਕਦੇ ਮੁੱਕੇਗਾ ਨਹੀਂ। ਅਸੀਂ ਇਸੇ ਵਾਸਤੇ ਗੁਰੂ ਜੀ ਨਾਲ ਜਾਣ ਬੁੱਝ ਕੇ ਵਿਗਾੜੀ ਹੈ। ਤੁਹਾਨੂੰ ਫਤਿਹ ਮਿਲ ਜਾਵੇਗੀ ਤਾਂ ਭਾਰੀ ਖਜ਼ਾਨਾ ਸਾਨੂੰ ਮਿਲ ਜਾਵੇਗਾ, ਇਸ ਤਰ੍ਹਾਂ ਅਸੀਂ ਦੋਵੇਂ ਬਰਾਬਰ ਹੋ ਜਾਵਾਂਗੇ। ਭੀਖਣ ਖਾਂ ਦੀਆਂ ਗੱਲਾਂ ਸੁਣ ਕੇ ਫਤਿਹ ਸ਼ਾਹ ਇਉਂ ਖੁਸ਼ ਹੋ ਗਿਆ ਜਿਵੇਂ ਉਸਨੇ ਗੁਰੂ ਸਾਹਿਬ ਜੀ ਦੇ ਫਤਿਹ ਕਰ ਲਈ ਹੋਵੇ। ਉਸ ਦੀਆਂ ਗੱਲਾਂ 'ਤੇ ਖੁਸ਼ ਹੋ ਕੇ ਭੀਖਣ ਖਾਂ ਨੂੰ ਫਤਿਹ ਸ਼ਾਹ ਨੇ ਸਲਾਹ ਮਸ਼ਵਰੇ ਵਾਸਤੇ ਆਪਣੇ ਪਾਸ ਰੱਖ ਲਿਆ। ਇਹਨਾਂ ਪਠਾਣਾਂ ਵਿੱਚੋਂ ਕੇਵਲ ਇੱਕ ਸਰਦਾਰ ਕਾਲੇ ਖਾਂ ਆਪਣੇ 100 ਸਾਥੀਆਂ ਸਹਿਤ ਗੁਰੂ ਸਾਹਿਬ ਜੀ ਪਾਸ ਰਹਿ ਗਿਆ। ਗੁਰੂ ਸਾਹਿਬ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੀਵਾਨ ਨੰਦ ਚੰਦ ਰਾਹੀਂ ਉਸ ਨੂੰ ਆਖਿਆ, ਜਿਵੇਂ ਕੂੰਜ ਆਪਣੀ ਡਾਰ ਤੋਂ ਵਿਛੜ ਕੇ ਕਰਲਾਉਂਦੀ ਹੈ, ਉਸ ਨੂੰ ਆਪਣੀ ਡਾਰ ਵਿੱਚ ਮਿਲੇ ਬਿਨਾਂ ਚੈਨ ਨਹੀਂ ਆਉਂਦਾ, ਤਿਵੇਂ ਹੀ ਤੂੰ ਆਪਣੀ ਦਸ਼ਾ ਵੇਖ ਕੇ ਸ਼ੀਘਰ ਹੀ ਆਪਣੇ ਸਾਥੀਆਂ ਨਾਲ ਮਿਲਣ ਵਾਸਤੇ ਚਲਿਆ ਜਾ। ਕਾਲੇ ਖਾਂ ਨੇ ਕਿਹਾ, ਮੈਂ ਗੁਰੂ ਜੀ ਦਾ ਨਮਕ ਹਰਾਮ ਨਹੀਂ ਬਣਨਾ ਚਾਹੁੰਦਾ, ਮੈਂ ਉਹਨਾਂ ਦੇ ਕੰਮ ਆਉਣਾ ਚਾਹੁੰਦਾ ਹਾਂ। ਕਾਲੇ ਖਾਂ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਅਤੇ ਸੋਨੇ ਦੇ ਕੜਿਆਂ ਦੀ ਇੱਕ ਜੋੜੀ ਅਤੇ ਇੱਕ ਦੁਸ਼ਾਲਾ ਇਨਾਮ ਵਜੋਂ ਦਿੱਤਾ ਅਤੇ ਫਰਮਾਇਆ, ਅਸੀਂ ਤੇਰੇ ਉੱਤੇ ਬੜੇ ਪ੍ਰਸੰਨ ਹਾਂ, ਤੇਰਾ ਨਮਕ ਹਲਾਲ ਹੋ ਗਿਆ ਹੈ, ਅਸੀਂ ਤੈਨੂੰ ਆਪਣੀ ਖੁਸ਼ੀ ਨਾਲ ਛੁੱਟੀ ਦਿੱਤੀ ਹੈ, ਇਸ ਵਿੱਚ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ। ਕਾਲੇ ਖਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ, ਮੈਂ ਤੁਹਾਡੇ ਇਸ ਹੁਕਮ ਨੂੰ ਮੋੜ ਨਹੀਂ ਸਕਦਾ, ਪਰ ਮੈਂ ਉਹਨਾਂ ਗਦਾਰਾਂ ਨਾਲ ਮਿਲ ਕੇ ਤੁਹਾਡੇ ਨਾਲ ਜੰਗ ਨਹੀਂ ਕਰਾਂਗਾ। ਇਉਂ ਆ ਕੇ ਕਾਲੇ ਖਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ, ਪਹਾੜੀ ਰਾਜਿਆਂ ਦਾ ਪਾਸਾ ਛੱਡ ਕੇ ਦੂਸਰੇ ਰਸਤੇ ਹੋ ਕੇ ਆਪਣੇ ਘਰ ਨੂੰ ਚਲਾ ਗਿਆ। ਇਸ ਤਰ੍ਹਾਂ ਕਰਕੇ ਜਦ ਪਠਾਣ ਚਲੇ ਗਏ, ਗੁਰੂ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਇੱਕ ਚਿੱਠੀ ਲਿਖਵਾਈ ਕਿ ਜਿਹੜੇ 500 ਪਠਾਣ ਤੁਸਾਂ ਸਾਡੇ ਪਾਸ ਨੌਕਰ ਰਖਾਏ ਸਨ, ਉਹ ਹੁਣ ਜਦ ਜੰਗ ਦਾ ਵੇਲਾ ਆਇਆ ਹੈ ਤਾਂ ਸਾਨੂੰ ਛੱਡ ਕੇ ਵਿਰੋਧੀ ਪਹਾੜੀ ਰਾਜਿਆਂ ਨਾਲ ਜਾ ਮਿਲੇ ਹਨ। ਇਹ ਚਿੱਠੀ ਜਦ ਪੀਰ ਬੁੱਧੂ ਸ਼ਾਹ ਨੇ ਪੜ੍ਹੀ ਤਾਂ ਉਹ ਬੜਾ ਸ਼ਰਮਸਾਰ ਅਤੇ ਚਿੰਤਾਵਾਨ ਹੋਇਆ। ਇਹਨਾਂ ਮੂਰਖਾਂ ਨੇ ਮੈਨੂੰ ਗੁਰੂ ਸਾਹਿਬ ਜੀ ਤੋਂ ਝੂਠੇ ਕਰਵਾਇਆ ਹੈ। ਗੁਰੂ ਜੀ ਦਾ ਇਹ ਉਲਾਮਾ ਸੱਚਾ ਹੈ, ਉਹਨਾਂ ਨੇ ਵਕਤ ਸਿਰ ਉਹਨਾਂ ਨੂੰ ਧੋਖਾ ਦਿੱਤਾ ਹੈ ਅਤੇ ਦੁਸ਼ਮਣਾਂ ਨਾਲ ਜਾ ਮਿਲੇ ਹਨ।
ਪੀਰ ਬੁੱਧੂ ਸ਼ਾਹ ਇਸ ਮੇਲੇ ਨੂੰ ਲਾਉਣ ਵਾਸਤੇ ਆਪਣੇ 700 ਮੁਰੀਦ ਜਿਹੜੇ ਜੰਗ ਕਰਨ ਦਾ ਮਨ ਵਿੱਚ ਉਤਸ਼ਾਹ ਰੱਖਦੇ ਸਨ ਇਕੱਠੇ ਕਰਕੇ ਤੇ ਆਪਣੇ 4 ਪੁੱਤਰ ਲੈ ਕੇ ਪੌਂਟਾ ਸਾਹਿਬ ਗੁਰੂ ਸਾਹਿਬ ਜੀ ਪਾਸ ਪਹੁੰਚ ਗਿਆ। ਗੁਰੂ ਸਾਹਿਬ ਜੀ ਨੇ ਫਤਿਹ ਸ਼ਾਹ ਦੀ ਚੜ੍ਹਾਈ ਦੀ ਗੱਲ ਸੁਣ ਕੇ ਆਪਣੇ ਕੁਝ ਯੋਧਿਆਂ ਨੂੰ ਭੰਗਾਣੀ ਜਮਨਾ ਦੇ ਪੱਤਣ ਉੱਤੇ ਭੇਜ ਦਿੱਤਾ, ਜਿੱਥੋਂ ਦੀ ਫਤਿਹ ਸ਼ਾਹ ਦੀ ਫੌਜ ਨੇ ਲੰਘ ਕੇ ਪੌਂਟਾ ਸਾਹਿਬ ਉੱਤੇ ਧਾਵਾ ਬੋਲਣਾ ਸੀ। ਇਸ ਤਰ੍ਹਾਂ ਫਤਿਹ ਸ਼ਾਹ ਵੀ ਆਪਣੀ ਫੌਜ ਲੈ ਕੇ ਭੰਗਾਣੀ ਦੇ ਮੈਦਾਨ ਵਿੱਚ ਆ ਗਿਆ। ਗੁਰੂ ਸਾਹਿਬ ਜੀ ਨੇ ਵੀ ਆਪਣੇ ਯੋਧਿਆਂ ਨੂੰ ਕਿਹਾ ਕਿ ਇੱਕਸਾਰ ਇਕੱਠੇ ਹੋ ਕੇ ਹੱਲਾ ਬੋਲ ਕੇ ਦੁਸ਼ਮਣਾਂ ਉੱਤੇ ਪੈ ਜਾਓ। ਜੰਗ ਦੇ ਮੈਦਾਨ ਵਿੱਚ ਜਦ ਪਠਾਨ ਪਹਾੜੀਆਂ ਦੀ ਫੌਜ ਤੋਂ ਪਿੱਛੇ ਖੜੇ ਹੋ ਕੇ ਸਭ ਵੇਖ ਰਹੇ ਸਨ ਤਾਂ ਫਤਿਹ ਸ਼ਾਹ ਨੇ ਰਾਜਾ ਹਰੀ ਚੰਦ ਨੂੰ ਕਿਹਾ ਕਿ ਇਹਨਾਂ 500 ਪਠਾਨਾਂ ਨੂੰ ਆਖੋ ਕਿ ਅੱਗੇ ਹੋ ਕੇ ਲੜ ਕੇ ਆਪਣਾ ਹੱਥ ਵਿਖਾਉਣ। ਹਰੀ ਚੰਦ ਨੇ ਕਿਹਾ ਕਿ ਪਠਾਣੋ, ਤੁਹਾਨੂੰ ਗੁਰੂ ਜੀ ਦੇ ਸਾਰੇ ਭੇਦ ਦਾ ਪਤਾ ਹੈ, ਅੱਗੇ ਹੋ ਕੇ ਚੰਗੀ ਤਰ੍ਹਾਂ ਸ਼ਸਤਰ ਚਲਾਓ। ਤੁਸੀਂ ਇਕੱਲੇ ਹੀ ਗੁਰੂ ਜੀ ਨਾਲ ਟਾਕਰਾ ਕਰੋਗੇ। ਤੁਸੀਂ ਕਿਹਾ ਸੀ ਇਕੱਲੇ ਹੀ ਗੁਰੂ ਜੀ ਨਾਲ ਟਾਕਰਾ ਕਰਾਂਗੇ ਤੇ ਹੁਣ ਤੁਸੀਂ ਅੱਗੇ ਹੋ ਕੇ ਗੁਰੂ ਜੀ ਨਾਲ ਲੜਦੇ ਕਿਉਂ ਨਹੀਂ ਹੋ? ਫਤਿਹ ਸ਼ਾਹ ਨੇ ਭੀਖਣ ਖਾਂ ਨੂੰ ਕਿਹਾ, ਹੁਣ ਦੇਰ ਕਿਉਂ ਕੀਤੀ ਹੈ? ਲੁੱਕ ਕੇ ਕਿਉਂ ਖੜੇ ਹੋ ਰਹੇ ਹੋ? ਲੁੱਟ ਮਾਫ ਹੈ, ਅੱਗੇ ਹੋ ਕੇ ਘਮਸਾਨੀ ਯੁੱਧ ਕਰੋ। ਫਤਿਹ ਸ਼ਾਹ ਪਾਸੋਂ ਇਹ ਗੱਲ ਸੁਣ ਕੇ ਭੀਖਣ ਖਾਂ ਆਪਣੇ ਸਾਥੀਆਂ ਨੂੰ ਲੈ ਕੇ ਅੱਗੇ ਵਧਿਆ ਤੇ ਕਿਹਾ, ਹੱਲਾ ਕਰਕੇ ਇੱਕ ਜ਼ੋਰ ਨਾਲ ਦੁਸ਼ਮਣ ਨੂੰ ਪਿੱਛੇ ਕਰ ਦਿਓ ਤੇ ਪੌਂਟਾ ਸਾਹਿਬ ਲੁੱਟ ਲਵੋ। ਇਸ ਤਰ੍ਹਾਂ ਦੋਵੇਂ ਪਾਸੇ ਘਮਸਾਨ ਦਾ ਜਦ ਯੁੱਧ ਸ਼ੁਰੂ ਹੋ ਗਿਆ, ਲੋਥਾਂ ਡਿੱਗਣ ਲੱਗ ਪਈਆਂ। ਗੁਰੂ ਸਾਹਿਬ ਜੀ ਦੇ ਯੋਧਿਆਂ ਵੱਲੋਂ ਇੱਕ ਅਜਿਹਾ ਭਾਰੀ ਹੱਲਾ ਵੇਖ ਕੇ ਜਦ ਰਾਜਾ ਫਤਿਹ ਸ਼ਾਹ ਨੇ ਆਪਣਾ ਇੱਕ ਆਦਮੀ ਭੀਖਣ ਖਾਂ ਤੇ ਹਯਾਤ ਖਾਂ, ਨਿਜਾਬਤ ਖਾਂ 3 ਪਠਾਨ ਸਰਦਾਰਾਂ ਪਾਸ ਭੇਜਿਆ ਤੇ ਆਖਿਆ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਪਿੱਛੋਂ ਗੁਰੂ ਸਾਹਿਬ ਜੀ ਪਾਸ ਗਵਾਰ ਲੋਕ ਹੀ ਰਹਿ ਗਏ ਹਨ ਜੋ ਸ਼ਸਤਰ ਵਿਦਿਆ ਬਿਲਕੁਲ ਨਹੀਂ ਜਾਣਦੇ। ਹੁਣ ਤੁਸੀਂ ਇਹਨਾਂ ਗਵਾਰਾਂ ਉੱਤੇ ਹੱਲਾ ਕਿਉਂ ਨਹੀਂ ਕਰਦੇ? ਤੁਹਾਨੂੰ ਲੁੱਟ ਮਾਫ ਹੈ, ਫਤਿਹ ਪਾਓ ਤੇ ਖਜ਼ਾਨਾ ਲੁੱਟ ਲਵੋ। ਫਤਿਹ ਸ਼ਾਹ ਦੀ ਇਹ ਗੱਲ ਸੁਣ ਕੇ ਭੀਖਣ ਖਾਂ ਨੇ ਕਿਹਾ, ਰਾਜਾ ਜੀ ਤੁਸੀਂ ਹੁਣੇ ਵੇਖੋ ਕੀ ਬਣਦਾ ਹੈ, ਇਹਨਾਂ ਨੂੰ ਮਾਰ ਕੇ ਫਤਿਹ ਦਾ ਡੰਕਾ ਵਜਾਵਾਂਗੇ। ਇਸ ਤਰ੍ਹਾਂ ਆ ਕੇ ਭੀਖਣ ਖਾਂ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਇੱਕ ਹੱਲਾ ਮਾਰੋ। ਹਯਾਤ ਖਾਂ ਤੇ ਭੀਖਣ ਖਾਂ ਨੇ ਬਹੁਤ ਜ਼ੋਰ ਦਾ ਹੱਲਾ ਮਾਰਿਆ। ਦੋਹਾਂ ਪਾਸਿਆਂ ਤੋਂ ਗੋਲੀਆਂ ਤੇ ਤੀਰਾਂ ਦੀ ਵਰਖਾ ਹੋਣ ਲੱਗੀ, ਜਿਸ ਨਾਲ ਬੇਅੰਤ ਸੂਰਮੇ ਫੱਟੜ ਹੋ ਗਏ। ਲਹੂ ਨਾਲ ਧਰਤੀ ਲਾਲ ਹੋ ਗਈ। ਧੜਾਂ ਤੋਂ ਸਿਰ ਹੱਡੀਆਂ ਵੱਖ ਹੋ ਕੇ ਡਿੱਗਣ ਲੱਗੇ। ਕੋਈ ਜ਼ਖਮੀ ਧਰਤੀ ਉੱਤੇ ਪਾਣੀ ਮੰਗ ਰਿਹਾ ਸੀ ਤੇ ਕੋਈ ਤੜਫ ਰਿਹਾ ਸੀ। ਇਸ ਘਮਸਾਨ ਦੇ ਯੁੱਧ ਵਿੱਚ ਜਦੋਂ ਸੂਰਮੇ ਇੱਕ ਦੂਜੇ ਤੇ ਤਲਵਾਰ ਨਾਲ ਵਾਰ ਕਰ ਰਹੇ ਸਨ, ਉਸੇ ਸਮੇਂ ਮਹੰਤ ਕਿਰਪਾਲ ਨੇ ਆਖਿਆ, ਗੁਰੂ ਜੀਓ ਜੇ ਆਗਿਆ ਦਿਓ ਤਾਂ ਮੈਂ ਹਯਾਤ ਖਾਂ ਨਾਲ ਟੱਕਰ ਲਵਾਂ। ਇਹ ਲੂਣ ਹਰਾਮ ਬਹੁਤ ਅੱਗੇ ਵਧਿਆ ਆ ਰਿਹਾ ਹੈ। ਗੁਰੂ ਸਾਹਿਬ ਜੀ ਨੇ ਹੱਸ ਕੇ ਕਿਹਾ, ਮਹੰਤ ਜੀ ਤੁਹਾਡੇ ਪਾਸ ਕੋਈ ਸ਼ਸਤਰ ਬੰਦੂਕ ਵੀ ਨਹੀਂ ਹੈ, ਫਿਰ ਤੁਸੀਂ ਵੈਰੀ ਦਾ ਕਿਸ ਤਰ੍ਹਾਂ ਨਾਸ ਕਰੋਗੇ? ਮਹੰਤ ਕਿਰਪਾਲ ਨੇ ਕਿਹਾ, ਸਤਿਗੁਰੂ ਜੀਓ ਮੇਰੇ ਮੋਢੇ ਉੱਤੇ ਆ ਜੋ ਮੋਟਾ ਡੰਡਾ ਹੈ, ਇਹੀ ਮੇਰੇ ਯੁੱਧ ਦਾ ਸ਼ਸਤਰ ਹੈ। ਇਸ ਤੇ ਇੱਕ ਵਾਰ ਨਾਲ ਹੀ ਮੈਂ ਤੁਹਾਡੀ ਕਿਰਪਾ ਨਾਲ ਹਯਾਤ ਖਾਂ ਦਾ ਸਿਰ ਫੇਰ ਦਿਆਂਗਾ। ਗੁਰੂ ਸਾਹਿਬ ਜੀ ਨੇ ਫਰਮਾਇਆ, ਜਾਓ ਸੰਤ ਜੀ, ਜਿਸ ਤਰ੍ਹਾਂ ਤੁਹਾਡੀ ਇੱਛਾ ਹੈ ਹਯਾਤ ਖਾਂ ਨੂੰ ਮਾਰ ਮੁਕਾਓ। ਆਗਿਆ ਲੈ ਕੇ ਮਹੰਤ ਖਾਂ ਨੇ ਆਪਣੇ ਘੋੜੇ ਨੂੰ ਅੱਗੇ ਕਰਕੇ ਹਯਾਤ ਖਾਂ ਨੂੰ ਵੰਗਾਰਿਆ। ਹਯਾਤ ਖਾਂ ਨੇ ਘੋੜਾ ਮੋੜ ਕੇ ਤੁਰੰਤ ਹੀ ਮਹੰਤ ਉੱਤੇ ਵਾਰ ਕੀਤਾ, ਜੋ ਮਹੰਤ ਦੇ ਡੰਡੇ ਨਾਲ ਵੱਜ ਕੇ 2 ਟੋਟੇ ਹੋ ਗਈ। ਇਸ ਦੇ ਉੱਤਰ ਵਿੱਚ ਸਾਧੂ ਕਿਰਪਾਲ ਨੇ ਆਪਣੇ ਪੈਰਾਂ ਦਾ ਭਾਰ ਰਕਾਬਾਂ ਉੱਤੇ ਪਾ ਕੇ ਦੋਹਾਂ ਹੱਥਾਂ ਨਾਲ ਹਯਾਤ ਖਾਂ ਦੇ ਸਿਰ ਵਿੱਚ ਇੱਕ ਅਜਿਹਾ ਜ਼ੋਰ ਦਾ ਡੰਡਾ ਮਾਰਿਆ ਕਿ ਉਸ ਦਾ ਸਿਰ ਮਿੱਟੀ ਦੀ ਚਾਟੀ ਵਾਂਗ ਕਈ ਟੁਕੜੇ ਹੋ ਗਿਆ। ਬੇਈਮਾਨ ਪਠਾਨ ਵੀ ਮਾਰੇ ਗਏ ਤੇ ਗੁਰੂ ਸਾਹਿਬ ਜੀ ਦੇ ਵੀ ਬਹੁਤ ਸਾਰੇ ਯੋਧੇ ਸ਼ਹੀਦ ਹੋ ਗਏ। ਜਦ ਪਹਾੜੀ ਰਾਜਾ ਹਰੀ ਚੰਦ ਨੂੰ ਜੀਤਮਲ ਨੇ ਮਾਰ ਦਿੱਤਾ ਸੀ ਤਾਂ ਇਹ ਵੇਖ ਕੇ ਫਤਿਹ ਸ਼ਾਹ ਬੜਾ ਡਰ ਗਿਆ ਤੇ ਆਪਣੇ ਘੋੜੇ ਭਜਾ ਕੇ ਲੈ ਗਿਆ, ਜਿਸ ਨੂੰ ਵੇਖ ਕੇ ਹੋਰ ਰਾਜੇ ਵੀ ਭੱਜ ਨਿਕਲੇ। ਇਸ ਤਰ੍ਹਾਂ ਪਹਾੜੀ ਰਾਜੇ ਘੋੜਿਆਂ ਨੂੰ ਦੜਾ ਕੇ ਲੈ ਗਏ। ਪਠਾਨ ਨਿਜਾਬਤ ਖਾਂ ਨੂੰ ਸੰਗੋ ਸ਼ਾਹ ਨੇ ਮਾਰ ਦਿੱਤਾ। ਇਸ ਤੋਂ ਬਾਅਦ ਉਹਨਾਂ ਦੀ ਵੀ ਸ਼ਹੀਦੀ ਹੋ ਗਈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਪਹਾੜੀ ਰਾਜਿਆਂ ਦੇ ਉੱਤੇ ਜਿੱਤ ਹੋ ਗਈ। ਸਾਧ ਸੰਗਤ ਜੀ, ਇਹ ਸੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸਾਖੀ। ਲੜੀ ਨੂੰ ਜੋੜਨ ਲਈ ਪਿਛਲੀ ਸਾਖੀ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।